ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਅੰਮ੍ਰਿਤ ਵੇਲੇ ਵੈਰਾਗਮਈ ਪਾਵਨ ਪਵਿੱਤਰ ਸ਼ਬਦ ਦੀ ਜੋ ਦਾਤ ਬਖਸ਼ਿਸ਼ ਕੀਤੀ ਹੈ, ਮਨ ਬਿਰਤੀਆਂ ਇਕਾਗਰ ਕਰਕੇ ਸਤਿਗੁਰਾਂ ਦੇ ਪਵਿੱਤਰ ਸ਼ਬਦ ਨੂੰ ਰਲ ਮਿਲ ਕੇ ਵਿਚਾਰੀਏ। ਪੰਜਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਪਵਿੱਤਰ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਉਂਦੇ ਹੋਇਆਂ ਸਮੂਹ ਮਾਈ ਭਾਈ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਜੈਤ ਸਰੀ ਮਹੱਲਾ ਪੰਜਵਾ। ਘਰ ਤੀਜਾ। ਇਕ ਓੰਕਾਰ ਸਤਿਗੁਰ ਪ੍ਰਸਾਦ। ਜੈਤ ਸ੍ਰੀ ਰਾਗ ਹੈ। ਪੰਜਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਪਵਿੱਤਰ ਪਾਵਨ ਸ੍ਰੀ ਮੁਖ ਵਾਕ ਸ਼ਬਦ ਹੈ। ਘਰ ਤੀਜਾ। ਤੀਜੇ ਘਰ ਸੁਰਤਾਲ ਵਿੱਚ ਪਾਵਨ ਪਵਿੱਤਰ ਸ਼ਬਦ ਨੂੰ ਗਾਉਣ ਦਾ ਹੁਕਮ ਹੈ। ਮੰਗਲਾਚਰਨ ਕਰਦੇ ਨੇ। ਇੱਕ ਅਦੁੱਤੀ ਓੰਕਾਰ ਜੋ ਸਾਰਿਆਂ ਵਿੱਚ ਵਿਆਪਕ ਸਰਬ ਦਾ ਪ੍ਰਕਾਸ਼ਕ ਹੈ। ਸਤ ਦਾ ਉਪਦੇਸ਼ ਦੇਣ ਵਾਲੇ ਗੁਰੂ ਦੀ ਕਿਰਪਾ ਦੁਆਰਾ ਤਿਸ ਪਾਰ ਬ੍ਰਹਮ ਪਰਮੇਸ਼ਰ ਦੇ ਸਰੂਪ ਦੀ ਪ੍ਰਾਪਤੀ ਹੁੰਦੀ ਹੈ। ਹਾਂਜੀ। ਕੋਈ ਜਾਣੈ ਕਵਨ ਇਹਾ ਜਗ ਮੀਤ। ਕੋਈ ਜਾਣਦਾ ਹੈ ਕਿ ਇਸ ਜਗਤ ਵਿੱਚ ਮਿੱਤਰ ਕੌਣ ਹੈ। ਇਹ ਸਵਾਲ ਕੀਤਾ ਹੈ। ਇਸੇ ਸਵਾਲ ਦੇ ਵਿੱਚ ਜਵਾਬ ਵੀ ਹੈ। ਜਵਾਬ ਕੀ ਹੈ ਕਿ ਸੱਜਣੋ, ਇਹ ਗੱਲ ਪੱਕੇ ਤੌਰ ਤੇ ਜਾਣ ਲਓ ਕਿ ਸੰਸਾਰ ਦੇ ਵਿੱਚ ਕੋਈ ਕਿਸੇ ਦਾ ਮੀਤ ਨਹੀਂ ਹੈ। ਸਭ ਆਪੋ ਆਪਣੇ ਸਵਾਰਥ ਦੇ ਮਿੱਤਰ ਨੇ। ਸਵਾਰਥ ਪੂਰਾ ਹੁੰਦਾ ਮਿੱਤਰਤਾ ਖਤਮ ਹੋ ਜਾਂਦੀ ਹੈ। ਮੰਨ ਲਓ ਕਿਸੇ ਦੀ ਮਿੱਤਰਤਾ ਸਾਡੇ ਸਵਾਸਾਂ ਦੇ ਅੰਤ ਤੱਕ ਵੀ ਚਲੀ ਜਾਏ, ਪਰ ਉਹਦੀ ਮਿੱਤਰਤਾ ਵੀ ਉਦੋਂ ਤੱਕ ਹੀ ਹੈ ਜਦੋਂ ਤੱਕ ਅੰਗੀਠੇ 'ਚ ਪੈ ਕੇ ਸੜਦਾ ਨਹੀਂ, ਜਲਦਾ ਨਹੀਂ। ਉੱਥੋਂ ਵੀ ਮਿੱਤਰਤਾ ਖਤਮ ਹੋ ਜਾਂਦੀ ਹੈ, ਟੁੱਟ ਜਾਂਦੀ ਹੈ। ਕਿਣਕਾ ਤੋੜ ਕੇ ਘਾਹ ਦਾ ਉੱਥੋਂ ਵਾਪਸ ਪਰਤਦੇ ਵੇਖੇ ਨੇ ਮਿੱਤਰ। ਇਸ ਕਰਕੇ ਭਾਈ ਇਹ ਸੰਸਾਰ ਦੇ ਵਿੱਚ ਇਹ ਗੱਲ ਕੋਈ ਜਾਣਦਾ ਹੈ ਕਿ ਇੱਥੇ ਕੋਈ ਕਿਸੇ ਦਾ ਮਿੱਤਰ ਨਹੀਂ ਹੈ। ਸਭ ਆਪੋ ਆਪਣੇ ਸਵਾਰਥ ਦੀ ਪੂਰਤੀ ਵਾਸਤੇ ਲੱਗੇ ਹੋਏ ਨੇ ਇੱਕ ਦੂਜੇ ਨਾਲ। ਜਦੋਂ ਤੱਕ ਉਹ ਸਵਾਰਥ ਪੂਰਾ ਹੁੰਦਾ ਹੈ ਤਾਂ ਮਿੱਤਰ ਨਾਲ ਮਿੱਤਰਤਾਈ ਹੁੰਦੀ ਹੈ, ਰਿਸ਼ਤੇਦਾਰਾਂ ਨਾਲ ਰਿਸ਼ਤੇਦਾਰੀ ਹੁੰਦੀ ਹੈ। ਜਦੋਂ ਤੁਸੀਂ ਆਪਣੇ ਕਿਸੇ ਸੰਬੰਧੀ ਜਾਂ ਮਿੱਤਰ ਦਾ ਸਵਾਰਥ ਪੂਰਾ ਨਹੀਂ ਕਰ ਸਕਦੇ ਤਾਂ ਉਹੀ ਆਪਣੀਆਂ ਅੱਖਾਂ ਫੇਰ ਲੈਂਦੇ ਨੇ, ਅੱਖਾਂ ਵਟਾ ਲੈਂਦੇ ਹਨ। ਮਾਂ ਪੁੱਤ ਤੋਂ ਅੱਖਾਂ ਫੇਰ ਲੈਂਦੀ ਹੈ, ਪੁੱਤ ਮਾਂ ਤੋਂ ਅੱਖਾਂ ਫੇਰ ਲੈਂਦਾ ਹੈ, ਕਿਉਂਕਿ ਇੱਕ ਸਵਾਰਥ ਹੈ ਜਿਹੜਾ ਸਾਰਿਆਂ ਨੂੰ ਆਪਸ ਦੇ ਵਿੱਚ ਜੋੜੀ ਬੈਠਾ ਹੈ। ਨਿਰਸਵਾਰਥ ਹੋ ਕੇ ਤਾਂ ਰੱਬ ਦੇ ਪਿਆਰੇ ਸੰਸਾਰ ਦੇ ਜੀਵਾਂ ਦਾ ਭਲਾ ਤੇ ਪਰਉਪਕਾਰ ਕਰਦੇ ਨੇ, ਔਰ ਪਰਉਪਕਾਰ ਕਰਕੇ ਬਦਲੇ ਵਿੱਚ ਕੁਝ ਕਾਂਖਾ ਨਹੀਂ ਰੱਖਦੇ ਕਿ ਸਾਨੂੰ ਕੁਝ ਪ੍ਰਾਪਤ ਹੋਵੇ। ਬਾਕੀ ਸੰਸਾਰੀ ਲੋਕਾਂ ਦੀ ਦਸ਼ਾ ਤਾਂ ਭਾਈ ਐਸੀ ਹੈ ਕਿ ਇੱਥੇ ਕੋਈ ਕਿਸੇ ਦਾ ਮਿੱਤਰ ਨਹੀਂ। ਜਿਸ ਹੋਏ ਕਿਰਪਾਲ ਸੋਈ ਵਿਦ ਬੁਝੈ, ਤਾਕੀ ਨਿਰਮਲ ਰੀਤ। ਜਿਸ ਤੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਕਿਰਪਾਲ ਹੁੰਦਾ ਹੈ, ਦਇਆ ਦੇ ਘਰ ਵਿੱਚ ਆਉਂਦਾ ਹੈ, ਉਹੀ ਇਸ ਵਿਧੀ ਨੂੰ ਬੁੱਝਦਾ ਹੈ, ਉਹੀ ਇਸ ਮਰਿਆਦਾ ਨੂੰ ਜਾਣਦਾ ਹੈ। ਔਰ ਉਸ ਦੀ ਮਰਿਆਦਾ ਜਿੱਥੇ ਨਿਰਮਲ ਹੋ ਜਾਂਦੀ ਹੈ, ਉਹ ਨਿਰਮਲ ਵਿਧੀ ਦੇ ਸਹਿਤ ਧਾਰਨੀ ਹੋ ਜਾਂਦਾ ਹੈ। ਜਿਹੜਾ ਸਤਿਗੁਰਾਂ ਦੀ ਦਇਆ ਨਾਲ ਕਿਰਪਾ ਨਾਲ ਇਸ ਵਿਧ ਨੂੰ ਬੁੱਝ ਲੈਂਦਾ ਹੈ, ਉਹਦੀ ਮਰਿਆਦਾ ਸੰਸਾਰ ਦੇ ਵਿੱਚ ਨਿਰਮਲ ਤੇ ਪਵਿੱਤਰ ਹੋ ਜਾਂਦੀ ਹੈ। ਰਹਾਉ ਮਾਤ ਪਿਤਾ ਬਨਤਾ ਸੁਤ ਬੰਧਪ, ਇਸ਼ਟ ਮੀਤ ਅਰ ਭਾਈ। ਸਤਿਗੁਰੂ ਜੀ ਗਣਾਉਂਦੇ ਨੇ ਹੁਣ ਉਹਨਾਂ ਸਾਰੇ ਸੰਬੰਧੀਆਂ ਬਾਰੇ। ਮਾਂ ਪਿਓ, ਘਰ ਵਾਲੀ, ਪੁੱਤਰ, ਰਿਸ਼ਤੇਦਾਰ, ਪਿਆਰੇ ਮਿੱਤਰ ਤੇ ਭਰਾ, ਇਹ ਜਿੰਨੇ ਵੀ ਸੰਬੰਧ ਹਨ, ਪੂਰਬ ਜਨਮ ਕੇ ਮਿਲੇ ਸੰਜੋਗੀ, ਇਹ ਸਾਰੇ ਪੂਰਬਲੇ ਜਨਮਾਂ ਦੇ ਸੰਜੋਗੀ ਨੇ।
ਪੂਰਬਲੇ ਜਨਮਾਂ ਦੀਆਂ ਲੈਣੀਆਂ ਦੇਣੀਆਂ ਕਰਮ ਇਹਨਾਂ ਦੇ ਨਾਲ ਜੁੜੇ ਹੋਏ ਨੇ। ਕਿਸੇ ਦਾ ਕੁਝ ਲੈਣਾ, ਕਿਸੇ ਦਾ ਦੇਣਾ। ਆਮ ਕਰਕੇ ਕਹਿੰਦੇ ਸੁਣੇ ਜਾਂਦੇ ਨੇ ਲੋਕ, ਪਤਾ ਨਹੀਂ ਮੈਂ ਇਹਦਾ ਖਰੇ ਕੀ ਦੇਣ ਦੇਣਾ, ਕਿਹੜੇ ਜਨਮਾਂ ਦਾ ਮੇਰੇ ਕੋਲੋਂ ਇਹ ਵੈਰ ਪਿਆ ਲੈਂਦਾ ਹੈ। ਵਾਕਈ ਇਹ ਸੱਚ ਹੁੰਦਾ, ਇਹਦੇ 'ਚ ਕੋਈ ਦੋ ਰਾਏ ਨਹੀਂ ਹੁੰਦੀ। ਇਹ ਜਿੰਨੇ ਸੰਬੰਧ ਨੇ ਸਾਡੇ, ਇਹ ਸਭ ਪੂਰਬਲੇ ਜਨਮਾਂ ਦੇ ਕੀਤੇ ਕਰਮਾਂ ਕਰਕੇ ਇਹਨਾਂ ਦੇ ਨਾਲ ਸਾਡਾ ਸੰਜੋਗ ਹੈ। ਪੂਰਬਲੇ ਜਨਮਾਂ ਕਰਕੇ ਹੀ ਇਹਨਾਂ ਦੇ ਨਾਲ ਸਾਡੀ ਮਿੱਤਰਤਾ ਹੀ ਹੈ, ਭਾਈਪੁਣਾ ਹੈ, ਰਿਸ਼ਤੇਦਾਰੀ ਹੈ, ਸੰਬੰਧਪੁਣਾ ਹੈ। ਕਿਤਨੀ ਵਾਰ ਇਹ ਪਿਤਾ ਪੁੱਤਰ ਬਣ ਕੇ ਜਨਮਦਾ ਰਿਹਾ ਉਸੇ ਪਿਤਾ ਦੇ ਘਰ, ਤੇ ਕਿਤਨੀ ਵਾਰ ਇਹ ਪੁੱਤਰ ਉਸੇ ਦਾ ਪਿਤਾ ਬਣ ਕੇ ਜਨਮਦਾ ਰਿਹਾ। ਇਸ ਕਰਕੇ ਇਹ ਨਹੀਂ ਕਿਹਾ ਜਾ ਸਕਦਾ ਕਿ ਕੇਵਲ ਇਸੇ ਜਨਮ ਦੀ ਖੇਡ ਹੈ। ਪੂਰਬਲੇ ਕਈ ਜਨਮਾਂ ਦਾ ਸੰਜੋਗ ਸਾਡਾ ਆਪਸ ਵਿੱਚ ਬਣਿਆ ਹੁੰਦਾ ਹੈ। ਅਚਾਨਕ ਕਈ ਵਾਰ ਜਿਸ ਨੂੰ ਜਿਹਦੇ ਬਾਰੇ ਅਸੀਂ ਕੁਝ ਨਹੀਂ ਜਾਣਦੇ ਹੁੰਦੇ, ਉਹਦੇ ਨਾਲ ਸਾਡਾ ਕਿਤੇ ਮੇਲ ਬਣ ਜਾਂਦਾ, ਕਿਸੇ ਸਬਬ, ਕਿਸੇ ਕਾਰਨ ਕਰਕੇ। ਔਰ ਇੰਨਾ ਸਨੇਹ ਬਣ ਜਾਂਦਾ, ਉਹਦੇ ਨਾਲ ਮੋਹ ਬਣ ਜਾਂਦਾ, ਮਮਤਾ ਬਣ ਜਾਂਦੀ ਹੈ। ਤੇ ਸੁਭਾਵਕ ਅਚਾਨਕ ਕਿਸੇ ਨੂੰ ਮਿਲੇ, 2, 4, 10 ਦਿਨਾਂ ਦੇ ਵਿੱਚ ਹੀ ਇੰਨਾ ਪ੍ਰੇਮ ਉਹਦੇ ਨਾਲ ਬਣ ਗਿਆ। ਉਹ ਕਿਵੇਂ ਬਣ ਗਿਆ? 10 ਦਿਨਾਂ ਦੇ ਵਿੱਚ ਤਾਂ ਪ੍ਰੇਮ ਨਹੀਂ ਸੀ ਬਣ ਸਕਦਾ। ਅਚਾਨਕ ਉਸ ਬੰਦੇ ਨਾਲ, ਉਸ ਵਿਅਕਤੀ ਨਾਲ, ਸਾਡਾ ਉਸ ਮਿੱਤਰ ਨਾਲ ਇੰਨਾ ਸਨੇਹ ਕਿਵੇਂ ਬਣ ਜਾਂਦਾ ਹੈ? ਉਹਦਾ ਕਾਰਨ ਹੈ ਕਿ ਪੂਰਬਲੇ ਜਨਮਾਂ ਦੇ ਵਿੱਚ ਵੀ ਉਹਦੇ ਨਾਲ ਕਿਤੇ ਨਾ ਕਿਤੇ ਕੋਈ ਨਾ ਕੋਈ ਸੰਬੰਧ ਰਿਹਾ ਹੈ। ਸਾਨੂੰ ਉਹਦਾ ਬੋਧ ਨਹੀਂ ਹੈ, ਪਰ ਉਹਦੇ ਸੰਸਕਾਰ ਜਿਹੜੇ ਸਾਡੇ ਮਨ ਵਿੱਚ ਛੁਪੇ ਪਏ ਨੇ, ਉਹ ਜਾਗਰਤ ਹੋ ਜਾਂਦੇ ਨੇ। ਇਸ ਕਰਕੇ ਭਾਈ ਇਹ ਸਾਰੇ ਪੂਰਬਲੇ ਜਨਮਾਂ ਦੇ ਸੰਜੋਗੀ ਨੇ। ਇਹਨਾਂ ਸਾਰਿਆਂ ਦੇ ਨਾਲ ਸਾਡਾ ਕੋਈ ਲੈਣ ਦੇਣ ਹੈ। ਇੱਕ ਗੁਰਮੁਖ ਪਿਆਰੇ ਸਿੰਘ ਹੁੰਦੇ ਸਨ, ਬੜੇ ਭਜਨੀਕ। ਉਹਨਾਂ ਦੀ ਆਪਣੀ ਘਰਵਾਲੀ ਨਾਲ ਉਹਨਾਂ ਦਾ ਕਲੇਸ਼ ਰਹਿਣਾ। ਕਲੇਸ਼ ਕੀ ਰਹਿਣਾ? ਆਪ ਉਹ ਸਾਧੂ ਬਿਰਤੀ ਸੀ, ਘਰਵਾਲੀ ਸਾਖਤ ਬਿਰਤੀ ਦੀ ਸੀ। ਉਹ ਸਾਖਤ ਬਿਰਤੀ ਦੀ ਹੋਣ ਕਰਕੇ ਉਹਨੇ ਹਮੇਸ਼ਾ ਕਲੇਸ਼ ਰੱਖਣਾ, ਵੀ ਹਰ ਵੇਲੇ ਗੁਰਸਿੱਖਾਂ ਨੂੰ ਘਰ ਲੈ ਆਉਂਦਾ, ਉਹਨਾਂ ਨੂੰ ਭੋਜਨ ਛਕਾਉਣਾ ਤੇ ਬਾਣੀ ਪੜ੍ਹਨੀ। ਉਹ ਸਾਖਤ ਤੇ ਗੁਰਮੁਖ ਦਾ ਮੇਲ ਨਹੀਂ ਹੁੰਦਾ। ਅਕਸਰ ਕਈ ਵਾਰੀ ਉਹਨਾਂ ਦੇ ਨਾਲ ਕਿਸੇ ਗੁਰਸਿੱਖ ਸਿੰਘ ਨੇ ਘਰ ਜਾਣਾ ਤਾਂ ਘਰਵਾਲੀ ਨੇ ਅੱਗੋਂ ਕਲੇਸ਼ ਪਾ ਲੈਣਾ। ਕਈ ਵਾਰੀ ਸਿੰਘਾਂ ਨੇ ਉਹਨਾਂ ਨੂੰ ਪੁੱਛਣਾ, ਬਾਬਾ ਜੀ ਵੀ ਐਸਾ ਕਿਉਂ ਹੁੰਦਾ ਹੈ? ਤਾਂ ਉਹਨਾਂ ਨੇ ਅੱਗੋਂ ਜਵਾਬ ਦੇਣਾ, ਪਿਛਲੇ ਜਨਮ 'ਚ ਮੇਰਾ ਪਤੀ ਸੀ, ਮੈਂ ਇਹਦੀ ਧਰਮ ਸੁਪਤਨੀ ਸੀ, ਮੈਂ ਇਹਨੂੰ ਤੰਗ ਕੀਤਾ ਸੀ, ਹੁਣ ਇਹ ਮੈਨੂੰ ਤੰਗ ਕਰਦੀ ਹੈ, ਲੇਖਾ ਜੋਖਾ ਪੂਰਾ ਹੋ ਰਿਹਾ ਹੈ। ਇਹ ਗੱਲ ਭਾਵੇਂ ਉਹ ਵਿਅੰਗ 'ਚ ਕਹਿ ਰਹੇ ਸਨ ਜਾਂ ਕਿਸ ਤਰੀਕੇ ਨਾਲ ਕਹਿ ਰਹੇ ਸਨ, ਪਰ ਸੱਚਾਈ ਇਹੀ ਹੈ। ਸਭ ਦੇ ਨਾਲ ਸਾਡਾ ਜਿਹੜਾ ਸੰਬੰਧ ਜੁੜਿਆ ਹੋਇਆ ਹੈ, ਇਹ ਪੂਰਬਲੇ ਜਨਮਾਂ ਦੇ ਸੰਜੋਗਾਂ ਕਰਕੇ ਹੈ। ਪੂਰਬਲੇ ਜਨਮਾਂ ਦਾ ਸੰਜੋਗ ਹੀ ਸਾਨੂੰ ਇੱਕ ਦੂਜੇ ਨਾਲ ਮੇਲਦਾ ਹੈ। ਅਚਾਨਕ ਰਾਹ ਵਿੱਚ ਟੁਰੇ ਜਾਂਦੇ, ਜਿਸ ਨਾਲ ਸਾਡੀ ਕੋਈ ਪਹਿਚਾਣ ਨਹੀਂ, ਕੋਈ ਜਾਣਕਾਰੀ ਨਹੀਂ, ਲੜਾਈ ਹੁੰਦੀ ਆ, ਦੁਸ਼ਮਣੀ ਬਣ ਜਾਂਦੀ ਆ। ਮਾਨੋ ਖਰੇ ਕਿੰਨੇ ਜਨਮਾਂ ਦੀ ਦੁਸ਼ਮਣੀ ਹੋਵੇ, ਕਿ ਉਹ 1 ਸਕਿੰਟ 2-4 ਮਿੰਟਾਂ ਵਿੱਚ ਉਹਦੇ ਨਾਲ ਦੁਸ਼ਮਣੀ ਬਣੀ ਨਹੀਂ। ਪੂਰਬਲੇ ਜਨਮਾਂ ਦਾ ਕੋਈ ਹਿਸਾਬ ਕਿਤਾਬ ਸੀ, ਉਹ ਆਪਣਾ ਨਿਬੇੜਨ ਵਾਸਤੇ ਆ ਪਹੁੰਚਿਆ। ਔਰ ਉਹ ਲੜਾਈ ਕਈ ਵਾਰੀ ਇੰਨੇ ਖੂੰਖਾਰ ਮਾਹੌਲ ਤੱਕ ਜਾ ਪਹੁੰਚਦੀ ਹੈ, ਕਤਲਾਂ ਤੱਕ ਹੋ ਜਾਂਦੇ ਨੇ। ਹਾਲਾਂਕਿ ਕੋਈ ਪਿਛਲਾ ਵੈਰ ਨਹੀਂ ਹੁੰਦਾ, ਕੋਈ ਪੁਸ਼ਤੈਨੀ ਵੈਰ ਨਹੀਂ ਹੁੰਦਾ, ਪਰ ਵਾਸਤਵਿਕਤਾ ਇਹ ਹੈ ਕਿ ਪੂਰਬਲੇ ਜਨਮਾਂ ਦਾ ਕੋਈ ਨਾ ਕੋਈ ਲੈਣ ਦੇਣ ਤਾਂ ਜ਼ਰੂਰ ਜੁੜਿਆ ਹੋਇਆ ਸੀ। ਪੂਰਬਲੇ ਜਨਮਾਂ ਦਾ ਹੀ ਸੰਜੋਗ ਹੈ ਸਾਡਾ ਸਾਰਿਆਂ ਨਾਲ। ਜਿੰਨੇ ਵੀ ਸਾਡੇ ਆਲੇ ਦੁਆਲੇ ਦੇ ਲੋਕ ਸਾਡੇ ਨਾਲ ਰਹਿੰਦੇ ਨੇ, ਮਿਲਦੇ ਨੇ, ਜਿਨ੍ਹਾਂ ਨਾਲ ਸਾਡਾ ਉੱਠਣਾ ਬੈਠਣਾ ਹੈ, ਜਿਨ੍ਹਾਂ ਨਾਲ ਅਸੀਂ ਵਿਚਰਦੇ ਹਾਂ, ਦੁਕਾਨਦਾਰੀ ਕਰਦੇ ਹਾਂ, ਭਾਵੇਂ ਸਾਡੇ ਗਾਹਕ ਸਾਡੇ ਕੋਲ ਆਉਂਦੇ ਨੇ, ਜਿਨ੍ਹਾਂ ਨਾਲ ਵੀ ਸਾਡਾ ਕੋਈ ਵੀ ਸੰਬੰਧ ਜੁੜਦਾ ਹੈ, ਇਹ ਸਾਰੇ ਸੰਬੰਧ ਸਾਡੇ ਪੂਰਬਲੇ ਜਨਮਾਂ ਦੇ ਸੰਜੋਗਾਂ ਕਰਕੇ ਬਣਦੇ ਨੇ।
ਪਰ ਇੱਕ ਗੱਲ ਇਹ ਜਾਣ ਲੈਣੀ ਚਾਹੀਦੀ ਹੈ, ਪਾਤਸ਼ਾਹ ਕਹਿੰਦੇ ਜਿੰਨੇ ਵੀ ਸੰਬੰਧ ਉੱਪਰ ਦੱਸੇ ਨੇ, ਮਾਤਾ ਪਿਤਾ ਬਨਤਾ ਪੁੱਤਰ ਰਿਸ਼ਤੇਦਾਰ ਮਿੱਤਰ ਭਰਾ, ਇਹ ਸਭ ਪੂਰਬਲੇ ਜਨਮਾਂ ਦੇ ਸੰਜੋਗੀ ਨੇ। ਹਾਂਜੀ, ਅੰਤ ਹੈ ਕੋ ਨਾ ਸਹਾਈ। ਇਹਨਾਂ ਵਿੱਚੋਂ ਅੰਤ ਵੇਲੇ ਕਿਸੇ ਨੇ ਵੀ ਸਹਾਈ ਨਹੀਂ ਹੋਣਾ, ਮਦਦਗਾਰ ਨਹੀਂ ਹੋਣਾ। ਇਹ ਗੱਲ ਪੱਲੇ ਤੇ ਬੰਨ੍ਹ ਲੈਣੀ ਚਾਹੀਦੀ ਹੈ। ਇਹ ਗੱਲ ਪੱਕੇ ਤੌਰ ਤੇ ਹਿਰਦੇ 'ਚ ਹਰ ਇੱਕ ਮਨੁੱਖ ਨੂੰ ਨਿਰਧਾਰਤ ਕਰ ਲੈਣੀ ਚਾਹੀਦੀ ਹੈ ਵੀ ਇਹਨਾਂ ਨਾਲ ਪੂਰਬਲੇ ਜਨਮਾਂ ਦਾ ਸੰਜੋਗ ਹੈ, ਅੰਤ ਨੂੰ ਇਹਨਾਂ ਨਾਲ ਸਾਡਾ ਕੋਈ ਸੰਬੰਧ ਨਹੀਂ। ਬਾਬਾ ਬੰਦਾ ਸਿੰਘ ਜੀ ਬਹਾਦਰ ਦੇ ਸਮੇਂ ਇੱਕ ਪਵਿੱਤਰ ਧਰਮ ਗ੍ਰੰਥ ਲਿਖਿਆ ਗਿਆ, ਕਿਸੇ ਵਿਦਵਾਨ ਵੱਲੋਂ ਉਹਦਾ ਨਾਮ ਉਜਾਗਰ ਨਹੀਂ ਹੈ, ਪਰ ਕੋਈ ਗੁਰਸਿੱਖ ਹੈ। ਕਲਗੀਧਰ ਪਾਤਸ਼ਾਹ ਜੀ ਦੇ ਸਮੇਂ ਦੇ ਨੇੜੇ ਤੇੜੇ ਇਹ ਪੁਸਤਕ ਲਿਖੀ ਗਈ। ਇਸ ਪੁਸਤਕ ਦਾ ਨਾਮ ਹੈ ਪ੍ਰੇਮ ਸੁਮਾਰਗ। ਉਹਦੇ ਵਿੱਚ ਜਿਹੜੀਆਂ ਰੋਹ ਰੀਤੀਆਂ ਹੁੰਦੀਆਂ ਨੇ, ਰਹਿਤ ਮਰਿਆਦਾ ਹੁੰਦੀ ਹੈ ਖਾਲਸੇ ਦੀ, ਉਹਦੇ ਸੰਬੰਧ ਵਿੱਚ ਬਹੁਤ ਥਾਵਾਂ ਤੇ ਵਿਸਥਾਰ ਕੀਤਾ। ਉਹ ਕਹਿੰਦੇ ਘਰ ਦੇ ਵਿੱਚ ਬਾਲਕ ਜਨਮੇ, ਚਾਹੇ ਪੁੱਤਰ ਚਾਹੇ ਧੀ, ਉਸ ਵੇਲੇ ਉਸ ਬਾਲਕ ਦੇ ਜਨਮ ਸਮੇਂ ਗੁਰੂ ਚਰਨਾਂ ਵਿੱਚ ਅਰਦਾਸ ਕਰੇ ਕਿ ਹੇ ਪ੍ਰਭੂ, ਇਹ ਜੀਉ ਤੇਰਾ ਭੇਜਿਆ ਹੋਇਆ ਆਇਆ ਹੈ, ਸਾਡਾ ਇਹਦੇ ਨਾਲ ਕੋਈ ਰਿਸ਼ਤਾ ਨਹੀਂ ਹੈ। ਏਦਾਂ ਕਹਿੰਦੇ ਅਰਦਾਸ ਕਰੇ ਕਿ ਇਹ ਜੀਉ ਤੇਰਾ ਭੇਜਿਆ ਹੋਇਆ ਆਇਆ ਹੈ, ਸਾਡਾ ਇਹਦੇ ਨਾਲ ਕੋਈ ਰਿਸ਼ਤਾ ਨਹੀਂ ਹੈ, ਕੇਵਲ ਰਿਸ਼ਤਾ ਹੈ ਤਾਂ ਇਤਨਾ ਗੁਰਸਿੱਖੀ ਦਾ। ਬੜੇ ਕਮਾਲ ਦੇ ਬਚਨ ਇਹਨਾਂ ਦੋ ਪੰਕਤੀਆਂ ਵਿੱਚ ਕਿ ਇਹ ਜੀਉ ਤੇਰਾ ਭੇਜਿਆ ਹੋਇਆ ਆਇਆ, ਸਾਡਾ ਇਹਦੇ ਨਾਲ ਕੋਈ ਮਾਂ ਪਿਓ ਏਦਾਂ ਅਰਦਾਸ ਕਰੇ ਉਸ ਜਦੋਂ ਬਾਲਕ ਦਾ ਜਨਮ ਹੋਵੇ, ਇਹ ਤੇਰਾ ਭੇਜਿਆ ਹੋਇਆ ਆਇਆ ਹੈ, ਸਾਡਾ ਇਹਦੇ ਨਾਲ ਕੋਈ ਦੁਨਿਆਵੀ ਰਿਸ਼ਤਾ ਨਹੀਂ ਹੈ, ਕੇਵਲ ਇਤਨਾ ਰਿਸ਼ਤਾ ਹੈ ਕਿ ਇਹ ਵੀ ਗੁਰਸਿੱਖ ਹੈ, ਅਸੀਂ ਵੀ ਗੁਰਸਿੱਖ ਹਾਂ, ਇਹ ਗੁਰਸਿੱਖੀ ਪਾਲੇ ਸਾਡਾ, ਤਾਂ ਇਹਦੇ ਨਾਲ ਰਿਸ਼ਤਾ ਹੈ, ਤਾਂ ਸਾਡਾ ਸੰਬੰਧ ਹੈ। ਯਾਨੀ ਕਿ ਗੁਰਸਿੱਖ ਦਾ ਰਿਸ਼ਤਾ ਹੀ ਅਸਲ ਵਿੱਚ ਉਹ ਰਿਸ਼ਤਾ ਹੈ, ਉਹ ਸੰਬੰਧ ਹੈ ਜਿਹੜਾ ਸੰਬੰਧ ਲੋਕ ਪਰਲੋਕ ਦੋਹਾਂ ਜਹਾਨਾਂ ਵਿੱਚ ਨਾਲ ਨਿਭਦਾ ਹੈ। ਇਸ ਕਰਕੇ ਭਾਈ ਇਹ ਬਾਕੀ ਦੁਨੀਆ ਦੀਆਂ ਜਿੰਨੀਆਂ ਰਿਸ਼ਤੇਦਾਰੀਆਂ ਨੇ, ਜਿੰਨੇ ਸੰਬੰਧ ਨੇ, ਪਾਤਸ਼ਾਹ ਕਹਿੰਦੇ ਸਭ ਪੂਰਬਲੇ ਜਨਮਾਂ ਦੇ ਸੰਜੋਗੀ ਨੇ, ਲੈਣ ਦੇਣ ਇਹਨਾਂ ਨਾਲ ਬਣਿਆ ਹੋਇਆ, ਲੇਖਾ ਜੋਖਾ ਇਹਨਾਂ ਦੇ ਨਾਲ ਬਣਿਆ ਹੋਇਆ। ਅੰਤ ਵਿੱਚੋਂ ਇਹਨਾਂ ਨੇ ਕਿਸੇ ਨੇ ਵੀ ਸਹਾਈ ਨਹੀਂ ਹੋਣਾ। ਅੰਤ ਹੈ ਕੋ ਨਾ ਸਹਾਈ, ਅੰਤ ਵਿੱਚ ਇਹਨਾਂ ਚੋਂ ਕਿਸੇ ਨੇ ਵੀ ਸਹਾਈ ਨਹੀਂ ਹੋਣਾ, ਮਦਦਗਾਰ ਨਹੀਂ ਹੋਣਾ। ਮੁਕਤ ਮਾਲ ਕਨਕ ਲਾਲ ਹੀਰਾ, ਮਨ ਰੰਜਨ ਕੀ ਮਾਇਆ। ਮੋਤੀਆਂ ਦੇ ਕੀਮਤੀ ਹਾਰ, ਮਾਲ ਧਨ ਸੰਪਦਾ, ਸੋਨਾ ਲਾਲ ਹੀਰੇ, ਇਹ ਸਾਰੀ ਮਾਇਆ ਜਿਹੜੀ ਆ ਮਨ ਰੰਜਨ ਦੀ ਮਾਇਆ, ਮਨ ਨੂੰ ਖੁਸ਼ ਕਰਦੀ ਹੈ ਵੇਖਣ 'ਚ। ਸੋਨਾ ਚਾਂਦੀ ਲਾਲ ਹੀਰੇ ਮੋਤੀ ਇਹ ਖਾਣ ਦੇ ਕੰਮ ਤਾਂ ਨਹੀਂ ਆਉਂਦੇ, ਬਸ ਵੇਖ ਕੇ ਬੰਦਾ ਖੁਸ਼ ਹੁੰਦਾ ਵੀ ਮੇਰੇ ਕੋਲੇ ਕੁਝ ਹੈ। ਇਹ ਸਿਰਫ ਮਨੋਰੰਜਨ, ਮਨੋਰੰਜਨ। ਹੁਣ ਮਨ ਇੱਕ ਵਾਰੀ ਵੇਖ ਕੇ ਖੁਸ਼ ਹੋ ਗਿਆ, ਪਰ ਉਹ ਸदैवी ਤਾਂ ਨਹੀਂ ਖੁਸ਼ ਰਹਿੰਦਾ, ਸदैवी ਤਾਂ ਨਹੀਂ ਉਹਨੂੰ ਵੇਖ ਕੇ ਉਹ ਖੁਸ਼ ਰਹਿੰਦਾ। ਕੁਝ ਸਮੇਂ ਲਈ ਵੇਖ ਕੇ ਪ੍ਰਸੰਨ ਹੋ ਗਿਆ, ਪਰ ਮੁੜ ਕੇ ਮਨ ਨੂੰ ਫਿਰ ਕੁਝ ਹੋਰ ਵੇਖਣ ਦੀ ਤਲਬ ਹੁੰਦੀ ਹੈ, ਫਿਰ ਹੋਰ ਵੇਖਣ ਵਿੱਚ ਉਹ ਮਨੋਰੰਜਨ ਕਰਦਾ, ਉਹ ਵੀ ਵੇਖ ਕੇ ਹੱਕ ਜਾਏ ਤੇ ਫਿਰ ਤੀਜੀ ਚੀਜ਼, ਫਿਰ ਚੌਥੀ। ਇਸ ਕਰਕੇ ਜੋ ਮਾਇਆ ਮਨੋਰੰਜਨ ਦੀ ਹੈ ਤੇ ਮਨੋਰੰਜਨ ਸੱਚ ਨਹੀਂ ਹੁੰਦਾ। ਜੋ ਕੁਝ ਵੀ ਸਾਡੇ ਕੋਲ ਮਨੋਰੰਜਨ ਦੇ ਸਾਧਨ ਨੇ, ਆ ਟੀਵੀ ਵੇਖਦੇ ਆ, ਮਨੋਰੰਜਨ ਦਾ ਸਾਧਨ ਕਿਹਾ ਜਾਂਦਾ ਹੈ, ਕਿ ਜੋ ਟੀਵੀ ਵਿੱਚ ਵੇਖਦੇ ਆ ਸੱਚ ਹੁੰਦਾ। ਜਿਹੜੇ ਚੈਨਲਾਂ ਦੀ ਡਿਊਟੀ ਹੁੰਦੀ ਆ ਸੱਚ ਵਿਖਾਉਣ ਦੀ, ਉੱਥੇ ਵੀ ਝੂਠ ਹੀ ਪਰੋਸ ਕੇ ਵਿਖਾਇਆ ਜਾਂਦਾ ਹੈ।
ਐਸਾ ਵੀ ਹੁੰਦਾ ਨਾ ਕਿ ਜਿਨ੍ਹਾਂ ਦੀ ਡਿਊਟੀ ਹੁੰਦੀ ਆ ਵੀ ਤੁਸੀਂ ਸੱਚ ਵਿਖਾਉਣਾ, ਪਰ ਉੱਥੇ ਵੀ ਸੱਚ ਤੋਂ ਪਰੇ ਹੋ ਕੇ ਕੁਝ ਹੋਰ ਵਿਖਾਇਆ ਜਾਂਦਾ। ਸੋ ਕਹਿਣ ਤੋਂ ਭਾਵ ਇਹ ਸੱਚ ਨਹੀਂ ਹੈ। ਮਨੋਰੰਜਨ ਦਾ ਜਿਤਨੇ ਵੀ ਸਾਧਨ ਨੇ ਸੱਚ ਨਹੀਂ ਹਨ। ਮੁਕਤ ਮਾਲ ਕਨਕ ਲਾਲ ਹੀਰਾ, ਇਹ ਸਭ ਮਨੋਰੰਜਨ ਕੀ ਮਾਇਆ, ਮਨੋਰੰਜਨ ਦੀ ਮਾਇਆ ਹੈ। ਹਾਂਜੀ। ਹਾ ਹਾ ਕਰਤ ਬਿਹਾਨੀ ਅਬਦ ਹੈ। ਹਾ ਹਾ ਕਰਦਿਆਂ ਇਹ ਵੀ ਮੇਰਾ, ਇਹ ਵੀ ਮੇਰਾ, ਸਾਰੀ ਜ਼ਿੰਦਗੀ ਬੰਦਾ ਇਸੇ 'ਚ ਹੀ ਬਤੀਤ ਕਰ ਦਿੰਦਾ। ਹਾ ਹਾ ਕਰਤ ਬਿਹਾਨੀ ਅਬਦ ਹੈ, ਸਾਰੀ ਜ਼ਿੰਦਗੀ ਹਾਏ ਹਾਏ ਕਰਦਿਆਂ, ਹਾਹਾਕਾਰ ਕਰਦਿਆਂ, ਭੱਜ ਨੱਠ ਕਰਦਿਆਂ, ਅੱਲਾ ਸ਼ੇਰੀ ਕਰਦਿਆਂ, ਨਾ ਦਿਨੇ ਚੈਨ ਨਾ ਰਾਤ ਚੈਨ, ਦੌੜਿਆ ਹੀ ਫਿਰਦਾ, ਭੱਜਿਆ ਹੀ ਫਿਰਦਾ। ਕਹਿੰਦੇ ਸਾਰੀ ਜ਼ਿੰਦਗੀ ਬਸ ਇਸੇ ਵਿੱਚ ਹੀ ਬਤੀਤ ਕਰ ਦਿੱਤੀ। ਤਾ ਮਹਿ ਸੰਤੋਖ ਨ ਪਾਇਆ। ਪਰ ਇਹਦੇ ਵਿੱਚੋਂ ਕਦੇ ਕਿਸੇ ਨੂੰ ਸੰਤੁਸ਼ਟੀ ਨਹੀਂ ਮਿਲੀ, ਸੰਤੋਖ ਨਹੀਂ ਪ੍ਰਾਪਤ ਹੋਇਆ। ਕਦੇ ਵੇਖਿਆ ਕੋਈ ਸੰਤੋਖੀ ਹੋ ਗਿਆ ਹੋਵੇ ਇਸ ਸਾਰਾ ਕੁਝ ਪ੍ਰਾਪਤ ਕਰਕੇ, ਸਬਰ ਸਹਿਤ ਹੋ ਗਿਆ ਹੋਵੇ? ਨਹੀਂ ਆਉਂਦਾ ਸਬਰ ਲੋਕਾਂ ਨੂੰ, ਸੰਤੋਖ ਨਹੀਂ ਆਉਂਦਾ। ਸੋਨੇ ਦੇ ਮਹੱਲਾਂ ਵਿੱਚ ਰਹਿਣ ਵਾਲਿਆਂ ਨੂੰ ਵੀ ਸੰਤੋਖ ਨਹੀਂ ਹੈ। ਇੱਕ ਪਾਸੇ ਕੱਖਾਂ ਦੀ ਛੰਨ ਵਿੱਚ ਰਹਿਣ ਵਾਲਾ ਸੰਤੋਖੀ ਹੈ। ਯਾਨੀ ਕਿ ਸੰਤੋਖ ਉਹ ਇੱਕ ਅਮੋਲਕ ਦਾਤ ਹੈ ਜਿਹੜੀ ਪਰਮੇਸ਼ਰ ਤੇ ਗੁਰੂ ਦੀ ਕਿਰਪਾ ਦੁਆਰਾ ਹਾਸਲ ਹੁੰਦੀ ਹੈ, ਪ੍ਰਾਪਤ ਹੁੰਦੀ ਹੈ। ਕਹਿੰਦੇ ਹਾਹਾ ਕਰਦਿਆਂ ਸਾਰੀ ਜ਼ਿੰਦਗੀ ਬਤੀਤ ਕਰ ਦਿੰਦਾ ਹੈ, ਪਰ ਇਹਨਾਂ ਪਦਾਰਥਾਂ ਵਿੱਚੋਂ, ਇਹਨਾਂ ਵਸਤੂਆਂ ਵਿੱਚੋਂ ਇਸ ਮਨੁੱਖ ਨੂੰ ਸੰਤੋਖ ਪ੍ਰਾਪਤ ਨਹੀਂ ਹੁੰਦਾ। ਇਹ ਸੰਤੋਖ ਦੇ ਸਹਿਤ, ਸਬਰ ਦੇ ਸਹਿਤ ਨਹੀਂ ਹੁੰਦਾ। ਹਸਤ ਰਥ ਅਸਵ ਪਵਨ ਤੇਜ, ਧਨੀ ਭੂਮਨ ਚਤੁਰਾਂਗਾ। ਕਹਿੰਦੇ ਹਾਥੀ, ਰਥਾਂ, ਘੋੜੇ, ਘੋੜੇ ਵੀ ਉਹ ਨਹੀਂ ਜਿਹੜੇ ਆਮ ਮਰੀਅਲ ਜੇ। ਪਵਨ ਤੇਜ, ਹਵਾ ਨਾਲੋਂ ਵੀ ਤੇਜ਼ ਚੱਲਣ ਵਾਲੇ, ਹਵਾ ਨੂੰ ਵੀ ਪਿੱਛੇ ਛੱਡ ਦੇਣ ਇਹੋ ਜਿਹੇ ਘੋੜੇ, ਹਾਥੀ, ਸੋਹਣੇ ਰੱਥ, ਤੇ ਫਿਰ ਧਰਤੀ ਦਾ ਮਾਲਕ ਹੋਵੇ, ਧਣੀ ਭੂਮਨ, ਜ਼ਮੀਨਾਂ ਦਾ ਮਾਲਕ ਹੋਵੇ, ਬੜੀ ਲੰਮੀ ਚੌੜੀ ਜ਼ਮੀਨ ਹੋਵੇ ਇਹਦੇ ਕੋਲ, ਤੇ 4 ਪ੍ਰਕਾਰ ਦੀਆਂ ਫੌਜਾਂ ਹੋਣ, ਚਤੁਰੰਗਾ। ਅੱਜ ਕੱਲ 3 ਤਰ੍ਹਾਂ ਦੀਆਂ ਹਨ, ਜਲ, ਥਲ ਤੇ ਆਕਾਸ਼ ਵਿੱਚ ਵਿਚਰਨ ਵਾਲੀ 3 ਤਰ੍ਹਾਂ ਦੀ ਫੌਜ ਹੈ। ਪਹਿਲਾਂ 4 ਪ੍ਰਕਾਰ ਦੀ ਫੌਜ ਕਹੀ ਜਾਂਦੀ, ਘੋੜਿਆਂ ਤੇ ਸਵਾਰ, ਰਥਾਂ ਤੇ ਸਵਾਰ, ਹਾਥੀਆਂ ਤੇ ਸਵਾਰ ਤੇ ਪੈਦਲ। ਜੰਗਾਂ ਯੁੱਧਾਂ ਵਿੱਚ 4 ਤਰ੍ਹਾਂ ਦੀ ਫੌਜ ਦੀ ਵਰਤੋਂ ਕੀਤੀ ਜਾਂਦੀ ਸੀ। ਜ਼ਿਆਦਾ ਤੌਰ ਤੇ ਹਾਥੀਆਂ ਦੇ ਉੱਤੇ ਤਕਰੀਬਨ ਜਿਹੜੇ ਚੰਗੇ ਰਾਜੇ ਬਾਦਸ਼ਾਹ ਲੋਕ ਹੁੰਦੇ ਸਨ, ਕਮਾਂਡਰ ਹੁੰਦੇ ਸਨ, ਉਹ ਬੈਠ ਕੇ ਲੜਾਇਆ ਕਰਦੇ ਸੀ ਫੌਜ ਨੂੰ, ਕਿਉਂਕਿ ਹਾਥੀ ਤੇ ਬਹਿ ਕੇ ਦੂਰ ਤੱਕ ਦਿਖਾਈ ਦਿੰਦਾ ਹੈ ਕਿੱਥੇ ਹਮਲਾ ਹੋ ਰਿਹਾ ਹੈ, ਕਿੱਥੇ ਊਣਤ ਆਈ ਹੈ, ਕਿੱਥੇ ਮੈਨੂੰ ਫੌਜ ਦੀ ਟੁਕੜੀ ਭੇਜਣੀ ਚਾਹੀਦੀ ਹੈ। ਇਸ ਕਰਕੇ ਜਿਹੜੇ ਕਮਾਂਡਰ ਹੁੰਦੇ ਸਨ, ਚੰਗੇ ਜਰਨੈਲ, ਉਹ ਹਾਥੀਆਂ ਦੇ ਉੱਤੇ ਸਵਾਰ ਹੋ ਕੇ, ਤੇ ਜਦੋਂ ਲੋੜ ਪੈਂਦੀ ਤੇ ਹਾਥੀ ਤੋਂ ਲੱਥ ਕੇ ਘੋੜੇ ਤੇ ਸਵਾਰ ਹੋ ਕੇ ਫਿਰ ਆਪ ਹਮਲਾ ਕਰਦੇ। ਅਕਾਲੀ ਬਾਬਾ ਫੂਲਾ ਸਿੰਘ ਜੀ ਨਿਹੰਗ ਸਿੰਘ ਜਦੋਂ ਸ਼ਹੀਦ ਹੋਏ ਨੇ ਤਾਂ ਉਹ ਹਾਥੀ ਦੀ ਅੰਬਾਰੀ ਦੇ ਵਿੱਚ ਬੈਠੇ ਸਨ। ਪਹਿਲਾਂ ਘੋੜੇ ਤੇ ਲੜਦੇ ਰਹੇ, ਫਿਰ ਦੂਰ ਤੱਕ ਮੁਆਇਨਾ ਕਰਨ ਲਈ ਜਦੋਂ ਹਾਥੀ ਤੇ ਬੈਠੇ ਤੇ ਦੂਰੋਂ ਬੰਦੂਕ ਦੀਆਂ ਗੋਲੀਆਂ ਦਾ ਦੁਗਾੜਾ ਅਕਾਲੀ ਬਾਬਾ ਫੂਲਾ ਸਿੰਘ ਸਾਹਿਬ ਜੀ ਦੇ ਸਰੀਰ 'ਚ ਵੱਜਾ ਤੇ ਉਹ ਸ਼ਹੀਦੀ ਪ੍ਰਾਪਤ ਕਰ ਗਏ। ਤੋ ਇਸ ਪ੍ਰਕਾਰ ਨਾਲ 4 ਪ੍ਰਕਾਰ ਦੀਆਂ ਜਿਹੜੀਆਂ ਫੌਜਾਂ ਸਨ, ਉਹਨਾਂ ਨੂੰ ਤਰਤੀਬਵਾਰੀ ਢੰਗ ਨਾਲ, ਜਿੱਥੇ ਪੈਦਲਾਂ ਦਾ ਕੰਮ ਹੁੰਦਾ ਉੱਥੇ ਪੈਦਲ ਜਾ ਕੇ ਲੜਦੇ, ਕਈ ਥਾਵਾਂ ਤੇ ਘੋੜੇ ਨਹੀਂ ਸਨ ਪਹੁੰਚ ਸਕਦੇ,
ਜਿੱਥੇ ਘੋੜਸਵਾਰਾਂ ਨੇ ਜਾ ਕੇ ਲੜਨਾ ਉੱਥੇ ਘੋੜਸਵਾਰ, ਜਿੱਥੇ ਰਥਾਂ ਤੇ ਸਵਾਰ ਹੋਣ ਵਾਲੇ ਲੜਨਾ ਚਾਹੁਣ ਉਹ ਜਾਂਦੇ ਸਨ, ਤੇ ਜਿੱਥੇ ਹਾਥੀਆਂ ਤੇ ਸਵਾਰ ਹੋ ਕੇ ਲੜਨ ਵਾਲੇ ਜਰਨੈਲਾਂ ਦੀ ਲੋੜ ਹੋਣੀ ਫਿਰ ਉਹਨਾਂ ਨੇ ਜਾਣਾ। ਉਹ ਕਹਿੰਦੇ 4 ਪ੍ਰਕਾਰ ਦੀ ਫੌਜ ਹੋਵੇ, ਹਾਥੀ ਹੋਣ, ਰਥਾਂ ਹੋਣ, ਘੋੜੇ ਹੋਣ, ਜ਼ਮੀਨਾਂ ਜਦਾਦਾਂ ਹੋਣ। ਸੰਗ ਨ ਚਾਲਿਓ ਇਨ ਮਹਿ ਕਛੂਐ, ਊਠ ਸਿਧਾਇਓ ਨਾਂਗਾ। ਇਹਨਾਂ ਵਿੱਚੋਂ ਕੁਝ ਵੀ ਨਾਲ ਨਹੀਂ ਚੱਲਦਾ। ਇਹ ਜੋ ਕੁਝ ਵੀ ਉੱਪਰ ਦੱਸਿਆ, ਕਦੇ ਵੇਖਿਆ 4 ਪ੍ਰਕਾਰ ਦੀ ਫੌਜ ਦਾ ਮਾਲਕ ਜਿਹਦੇ ਕੋਲ ਹਾਥੀ ਘੋੜੇ ਹੋਣ, ਉਹ ਆਪਣੇ ਨਾਲ ਕਿਸੇ ਨੂੰ ਲੈ ਕੇ ਗਿਆ ਹੋਵੇ, ਕਹਿੰਦੇ ਨਾਲ ਉਹਨਾਂ ਦੇ ਕੁਝ ਵੀ ਨਹੀਂ ਚੱਲਦਾ। ਸੰਗ ਨਾ ਚਾਲਿਓ ਇਨ ਮੈਂ ਕਛੂਆ, ਕੁਝ ਵੀ ਇਹਨਾਂ ਦੇ ਨਾਲ ਨਹੀਂ ਚੱਲਿਆ। ਊਠ ਸਿਧਾਇਓ ਨਾਂਗਾ, ਨਗਨ ਹੀ ਉੱਠ ਕੇ ਜਾਣਾ ਪਿਆ। ਮਾਤੇ ਮਤੰਗ ਜਰੇ ਜਰ ਸੰਗ, ਅਨੂਪ ਉਤੰਗ ਸੁਰੰਗ ਸਵਾਰੇ। ਕੋਟ ਤੁਰੰਗ ਕੁਰੰਗ ਸੇ ਕੂਦਤ, ਪੌਨ ਕੇ ਗੌਨ ਕੋ ਜਾਤ ਨਿਵਾਰੇ। ਭਾਰੀ ਭੁਜਾਨ ਕੇ ਭੂਪ ਭਲੀ, ਬਿਦ ਨਿਆਵਤ ਸੀਸ ਨ ਜਾਤ ਵਿਚਾਰੇ। एते भय तो कहाँ पय भूपत, अंत को नांगे ही पाए पधारे। ਇਹ ਵਿਰਾਗ ਵੀ ਆ ਖਾਲਸੇ ਦੇ ਕੋਲ। ਖਾਲਸੇ ਨੂੰ ਮਹਾਰਾਜ ਜੀ ਨੇ ਨਿਤਨੇਮ ਦੇ ਵਿੱਚ ਵਿਰਾਗ ਵੀ ਬਖਸ਼ਿਸ਼ ਕੀਤਾ, ਪਕੜ ਨਾ ਹੋਵੇ। ਪਰ ਐਸਾ ਨਹੀਂ ਕਿ ਵਿਰਾਗੀ ਬਣਾ ਕੇ ਗੁਰਦੇਵ ਨੇ ਸਾਨੂੰ ਬਨਵਾਸੀ ਜੰਗਲ ਵਿੱਚ ਜਾਣ ਨੂੰ ਕਹਿ ਦਿੱਤਾ ਹੈ। ਵਿਰਾਗ ਹੋਵੇ ਪਰ ਰਾਜ ਭਾਗ ਕਰਨ ਦਾ ਸੰਕਲਪ ਵੀ ਗੁਰਦੇਵ ਨੇ ਸਾਨੂੰ ਦਿੱਤਾ ਹੈ। ਖਾਲਸਾ ਪਾਦਾ ਨਾ, ਖਾ ਨਾਮ ਆਕਾਸ਼ ਵਾਂਗੂ ਨਿਰਲੇਪ ਰਹਿਣ ਦਾ, ਵਿਰਾਗੀ ਰਹਿਣ ਦਾ ਹੈ, ਪਰ ਲਾ ਨਾਮ ਲੈਤਾ ਵਾਲਾ ਹੈ, ਰਾਜ ਕਰਨ ਦਾ ਸੰਕਲਪ ਵੀ ਹੈ ਖਾਲਸੇ ਵਿੱਚ। ਮਤ ਕੋਈ ਇਹ ਪ੍ਰਚਾਰ ਕਰਕੇ ਕਹੇ ਸਾਨੂੰ ਕਿ ਭਾਈ ਤੁਸੀਂ ਕੇਵਲ ਮਾਲਾ ਫੇਰਿਆ ਕਰੋ, ਭਜਨ ਕਰਿਆ ਕਰੋ, ਇਹੀ ਤੁਹਾਡਾ ਕੰਮ ਹੈ। ਇਹ ਵੀ ਹੈ ਕੰਮ ਸਾਡਾ, ਪਰ ਉੱਥੇ ਨਾਲ ਨਾਲ ਸਾਨੂੰ ਗੁਰਦੇਵ ਨੇ ਰਾਜ ਕਰਨ ਦਾ ਸੰਕਲਪ ਵੀ ਦਿੱਤਾ ਹੈ। ਤੇ ਜਦੋਂ ਕੋਈ ਕੌਮ ਰਾਜ ਕਰਨ ਦਾ ਸੰਕਲਪ ਰੱਖ ਕੇ ਚੱਲਦੀ ਹੈ ਤੇ ਸੁਭਾਵਕ ਹੈ ਵਿਦਰੋਹੀ ਪੈਦਾ ਹੁੰਦੇ ਨੇ ਵੀ ਇਹ ਕਿਉਂ ਰਾਜ ਕਰਨ, ਸਾਡੀਆਂ ਚੰਮਦੀਆਂ ਚਲਦੀਆਂ ਨੇ ਅਸੀਂ ਚਲਾਈਏ, ਇਹ ਕਿਉਂ ਹਲੇਮੀ ਰਾਜ ਦੀ ਬਾਤ ਕਰਦੇ ਨੇ। ਉਹਨਾਂ ਨੂੰ ਦਬਾਇਆ ਜਾਂਦਾ, ਲਤਾੜਿਆ ਜਾਂਦਾ, ਉਹਨਾਂ ਦੇ ਸਿਰਾਂ ਦੇ ਮੁੱਲ ਪਾਏ ਜਾਂਦੇ ਨੇ, ਪੱਤਾ ਪੱਤਾ ਉਹਨਾਂ ਦਾ ਦੁਸ਼ਮਣ ਬਣਦਾ ਹੈ। ਤੋ ਖਾਲਸੇ ਵਿੱਚ ਵਿਰਾਗ ਵੀ ਹੈ, ਪਰ ਖਾਲਸੇ ਵਿੱਚ ਲਯਤਾ ਦੀ ਬਿਰਤੀ ਵੀ ਹੈ। ਰਾਜ ਕਰਨ ਦਾ ਸੰਕਲਪ ਵੀ ਖਾਲਸਾ ਰੱਖਦਾ ਹੈ। ਪਰ ਆ ਜਿਹੜਾ ਹੁਣ ਵਿਰਾਗ ਦੀ ਬਾਤ ਮਹਾਰਾਜ ਜੀ ਕਰ ਰਹੇ ਨੇ, ਇਹ ਵੀ ਖਾਲਸੇ ਨੂੰ ਮਹਾਰਾਜ ਜੀ ਨੇ ਦਿੱਤਾ ਹੈ। ਕਹਿੰਦੇ ਇਹਦੇ ਵਿੱਚੋਂ ਕੁਝ ਵੀ ਨਾਲ ਨਹੀਂ ਚੱਲਿਆ। ਊਠ ਸਿਧਾਇਓ ਨਾਂਗਾ, ਨਗਨ ਹੀ ਇਹ ਸੰਸਾਰ ਤੋਂ ਜੀਵ ਨੂੰ ਉੱਠ ਕੇ ਜਾਣਾ ਪੈਂਦਾ ਹੈ। ਹਰ ਕੇ ਸੰਤ ਪ੍ਰੀਤਮ ਪ੍ਰਭ ਕੇ, ਤਾਕੈ ਹਰ ਹਰ ਗਾਈਐ। ਹਰੀ ਦੇ ਸੰਤ ਰੱਬ ਦੇ ਪਿਆਰੇ ਪ੍ਰੀਤਮ ਹਨ, ਰੱਬ ਦੇ ਪਿਆਰੇ ਹਨ। ਇਹੋ ਜਿਹੇ ਜਿਹੜੇ ਹਰੀ ਕੇ ਸੰਤ ਉਸ ਰੱਬ ਨਾਲ ਪਿਆਰ ਕਰਨ ਵਾਲੇ, ਪ੍ਰੇਮ ਕਰਨ ਵਾਲੇ ਨੇ, ਗੁਰਮੁਖੋ ਉਹਨਾਂ ਦੀ ਸੰਗਤ ਕਰਕੇ ਹਰੀ ਦਾ ਕੀਰਤਨ ਗਾਈਏ। ਰੱਬ ਦੇ ਪਿਆਰਿਆਂ ਦੀ ਸੰਗਤ ਕਰਕੇ ਪਰਮੇਸ਼ਰ ਦਾ ਕੀਰਤਨ ਕਰੀਏ, ਨਿਰੰਕਾਰ ਦਾ ਕੀਰਤਨ ਕਰੀਏ, ਅਕਾਲ ਪੁਰਖ ਦੀ ਕੀਰਤੀ ਗਾਇਨ ਕਰੀਏ। ਨਾਨਕ ਇਹਾਂ ਸੁਖ ਆਗੈ ਮੁਖ ਉਜਲ, ਸੰਗ ਸੰਤਨ ਕੈ ਪਾਈਐ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਪੰਜਵੇਂ ਪਾਤਸ਼ਾਹ ਫਰਮਾਉਂਦੇ ਹਨ ਕਿ ਇੱਥੇ ਸੁਖ ਪ੍ਰਾਪਤ ਹੁੰਦਾ ਹੈ, ਅੱਗੇ ਮੁਖ ਉਜਲਾ ਹੋ ਜਾਂਦਾ ਗੁਰਮੁਖਾਂ ਦਾ। ਕਿਵੇਂ? ਮਹਾਂਪੁਰਸ਼ਾਂ ਸਾਧੂਆਂ ਦੇ ਸੰਗ ਦੇ ਵਿੱਚੋਂ ਤਿਨਾਂ ਨੂੰ ਇਹ ਦਾਤ ਹਾਸਲ ਹੁੰਦੀ ਹੈ, ਇਹ ਦਾਤ ਪ੍ਰਾਪਤ ਹੁੰਦੀ ਹੈ। ਇੱਥੇ ਵੀ ਮੁਖ ਉਜਵਲ ਨੇ ਗੁਰਮੁਖਾਂ ਦੇ, ਅੱਗੇ ਪਰਲੋਕ ਵਿੱਚ ਗਿਆ ਵੀ ਤਿਨਾਂ ਗੁਰਮੁਖਾਂ ਦੇ ਮੁਖ ਉਜਵਲ ਰਹਿੰਦੇ ਹਨ। ਔਰ ਉਹਨਾਂ ਨੂੰ ਇਹ ਦਾਤ ਰੱਬ ਦੇ ਪਿਆਰਿਆਂ ਮਹਾਂਪੁਰਸ਼ਾਂ ਦੀ ਸੰਗਤ ਕਰਕੇ ਪ੍ਰਾਪਤ ਹੋਈ ਹੈ।